ਸੱਤਾ ਦਾ ਸੈਮੀਫਾਈਨਲ ਜਾਣੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਸਿਖਰਾਂ ਤੇ ਹੈ। ਸਾਰੇ ਉਮੀਦਵਾਰ ਇੱਕ ਦੂਜੇ ਨੂੰ ਕਰੜੀ ਟੱਕਰ ਦੇ ਦਾਅਵੇ ਕਰ ਰਹੇ ਨੇ। ਗਿੱਦੜਬਾਹਾ 'ਚ ਵੀ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ, ਜਿੱਥੇ ਕਾਂਗਰਸ ਤੇ ਅਕਾਲੀ ਆਗੂ ਇੱਕ ਦੂਜੇ ਨੂੰ ਸਖਤ ਚੁਣੌਤੀ ਦੇਣ ਦੇ ਦਾਅਵੇ ਕਰਦੇ ਨੇ। ਪਰ ਹੁਣ ਅਚਾਨਕ ਇੱਥੇ ਮੈਦਾਨ ਪੂਰੀ ਤਰ੍ਹਾਂ ਕਾਂਗਰਸ ਲਈ ਖਾਲੀ ਕਰ ਦਿੱਤਾ ਗਿਆ ਹੈ। ਅਕਾਲੀ ਦਲ ਨੇ ਆਪਣੇ ਸਾਰੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚੋਂ ਹਟਾ ਦਿੱਤਾ ਹੈ। ਹਾਲਾਂਕਿ ਇਸ ਫੈਸਲੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਖਤ ਨਾਰਾਜ਼ਗੀ ਜਤਾਉਂਦਿਆਂ ਹੋਇਆਂ ਪ੍ਰਸ਼ਾਸਨ ਦੇ ਧੱਕਾਸ਼ਾਹੀ ਦੇ ਇਲਜ਼ਾਮ ਲਾਏ ਨੇ। ਇਹਨਾਂ ਨੇ ਅੱਜ ਲੋਕਤੰਤਰ ਦਾ ਬੜਾ ਵੱਡਾ ਸਾਡੇ ਐਮਐਲਏ ਨੇ ਘਾਣ ਕੀਤਾ, ਲੋਕਾਂ ਦਾ ਹੱਕ ਖੋਇਆ। ਲੋਕਾਂ ਨੂੰ ਇਹ ਇੱਕ ਤਰ੍ਹਾਂ ਦਾ ਮੈਂ ਇਹ ਗੱਲ ਕਹੂੰਗਾ ਕਿ ਇਹੋ ਜਿਹਾ ਕਦੇ ਆਪਣਾ ਮੁਗਲ ਰਾਜ ਵਾਲਾ ਰਾਜ ਸਾਨੂੰ ਲੱਗ ਰਿਹਾ ਵੀ ਜੋ ਇਹਨੇ ਜ਼ੁਬਾਨ ਚੋਂ ਕਰਤਾ ਉਹੀ ਪੂਰਾ ਕਰਨਾ। ਪਤਾ ਨਹੀਂ, ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਪ੍ਰਸ਼ਾਸਨ ਐਡੀ ਗੂੜੀ ਨੀਂਦ ਸੁੱਤਾ ਪਿਆ, ਜੋ ਇਹ ਕਹੀ ਜਾਂਦਾ ਉਹੀ ਹੋਈ ਜਾਂਦਾ। ਇਹਨਾਂ ਨੂੰ ਜਵਾਬ ਦੇਣੇ ਪੈਣਗੇ। ਸੁਣਿਆ ਤੁਸੀਂ, ਚੋਣ ਮੈਦਾਨ ਹੁਣ ਜੰਗ ਦਾ ਮੈਦਾਨ ਬਣ ਚੁੱਕਿਆ ਹੈ। ਦਰਅਸਲ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਅਕਾਲੀ ਦਲ ਦੇ 3 ਉਮੀਦਵਾਰਾਂ ਦੇ ਨਾਮ ਵਾਪਸ ਲੈਣ ਦੀ ਖਬਰ ਆਈ। ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਕਾਲੀ ਦਲ ਨੇ ਆਪਣੇ 3 ਉਮੀਦਵਾਰਾਂ ਦੇ ਨਾਮ ਵਾਪਸ ਲੈ ਲਏ ਨੇ, ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਕਿਉਂਕਿ ਪ੍ਰਸ਼ਾਸਨ ਨੇ ਜਿਨ੍ਹਾਂ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਹੈ ਉਹ ਉਮੀਦਵਾਰ ਕਾਗਜ਼ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਰਹੇ ਨੇ। ਹਾਂਜੀ, ਅਸੀਂ 3 ਨੰਬਰ ਵਾਰਡ 'ਚ ਉੱਠੇ ਸੀ। ਵਧੀਆ ਕੱਲ ਵੋਟਾਂ ਮੰਗਣ ਗਏ ਆ ਜੀ। ਅਸੀਂ ਕਾਗਜ਼ ਭਰੇ ਆ, ਐਸਡੀਐਮ ਸਾਹਿਬ ਨੇ ਮੇਰੀ ਨੂੰਹ ਦੇ ਇਨਕਵਰੀ ਦੇ ਭਰੇ ਸੀ ਜੀ ਵੀ ਤੁਸੀਂ ਨਹੀਂ ਆਉਣਾ, ਤੁਹਾਡੇ ਸਹੀ ਆ ਕਾਗਜ਼, ਤੇ ਇਹ ਆਉਣਗੇ ਜਿਨ੍ਹਾਂ ਨੇ ਆਪਾਂ ਇਨਕਵਰੀ ਦੇ ਭਰੇ, ਤੁਹਾਡੇ ਸਾਰੇ ਠੀਕ ਆ ਕਾਗਜ਼। ਬਸ ਉਸ ਦਿਨ ਤੋਂ ਮੈਂ ਉੱਥੇ ਨਹੀਂ ਗਈ। ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਤੁਹਾਡੇ ਫਾਰਮ? ਸਾਨੂੰ ਸਵੇਰ ਪਤਾ ਲੱਗਿਆ ਜੀ ਇਹਨਾਂ ਨੇ ਵਾਪਸ ਲੈ ਲਏ। ਸਾਨੂੰ ਇਸ ਤਰ੍ਹਾਂ ਬਦਨਾਮ ਕੀਤਾ ਗਿਆ ਜੀ। ਜਿਹੜੇ ਵਿਦਵਾਨ ਲੈ ਕੇ ਗਏ ਨੇ 3 ਅਕਾਲੀ ਦਲ ਦੇ ਨੇ ਜੀ, 2 ਆਪ ਦੇ ਨੇ ਜੀ, ਤੇ ਬਾਕੀ ਆਜ਼ਾਦ ਨੇ। ਅਸੀਂ ਬਿਲਕੁਲ ਐਜ਼ ਪਰ ਲਾ ਜੋ ਕਾਰਵਾਈ ਬਣਦੀ ਸੀ, ਜੋ ਰਿਜੈਕਸ਼ਨ ਹੋਈ ਹੈ ਉਹ ਵੀ ਆਬਜੈਕਸ਼ਨ ਸਾਡੇ ਕੋਲ ਆਏ ਸੀ, ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਵੀ ਕਰਾਈ ਹੈ। ਉਸ ਵੈਰੀਫਿਕੇਸ਼ਨ ਤੋਂ ਬਾਅਦ ਜੋ ਸਥਿਤੀ ਬਣੀ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਜਿਹੜੇ ਕੈਂਡੀਡੇਟਾਂ ਦੇ ਜਿਹੜੇ ਬਣਦੇ ਸੀਗੇ ਉਹ ਰੱਦ ਕੀਤੇ ਗਏ ਨੇ। ਨਾ ਜੀ 14 ਨੰਬਰ ਵਾਰਡ 'ਚ ਮੈਂ ਕੈਂਡੀਡੇਟ ਸੀਗਾ, ਫਾਰਮ ਭਰ ਕੇ ਆਇਆ ਸੀ 3 ਤਰੀਕ ਨੂੰ ਜੀ। ਮੈਂ ਉਸ ਤੋਂ ਬਾਅਦ ਮੈਂ ਐਸਡੀਐਮ ਦਫ਼ਤਰ ਗਿਆ ਹੀ ਨਹੀਂ 4 ਤਰੀਕ ਨੂੰ ਜਾਂ 5 ਤਰੀਕ ਨੂੰ, ਨਾ ਮੈਂ ਵਾਪਸੀ 'ਤੇ ਸਾਈਨ ਕਰਕੇ ਆਇਆ। ਮੁੜ ਕੇ ਮੈਨੂੰ ਸਵੇਰੇ ਅੱਜ ਪਤਾ ਲੱਗਿਆ ਵੀ ਤੇਰੇ ਫਾਰਮ ਵਾਪਸੀ ਹੋ ਗਏ। ਜਿਵੇਂ ਹੀ ਉਮੀਦਵਾਰਾਂ ਨੇ ਪੇਪਰ ਵਾਪਸ ਲੈਣ ਦੀ ਗੱਲ ਤੋਂ ਇਨਕਾਰ ਕੀਤਾ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕਰਦੇ ਹੋਏ ਸਾਰੇ ਉਮੀਦਵਾਰਾਂ ਨੂੰ ਮੈਦਾਨ 'ਚੋਂ ਹਟਾ ਲਿਆ ਹੈ ਅਤੇ ਇਸ ਘਟਨਾ ਨੂੰ ਸਾਫ਼ ਤੌਰ ਤੇ ਲੋਕਤੰਤਰ ਦਾ ਕਤਲ ਦੱਸਿਆ ਹੈ। ਅਕਾਲੀ ਦਲ ਵੱਲੋਂ ਪ੍ਰਸ਼ਾਸਨ ਉੱਤੇ ਡਰਾਉਣ ਧਮਕਾਉਣ ਅਤੇ ਉਮੀਦਵਾਰਾਂ ਨੂੰ ਜ਼ਬਰਦਸਤੀ ਚੋਣ ਮੈਦਾਨ 'ਚੋਂ ਹਟਾਉਣ ਦੇ ਇਲਜ਼ਾਮ ਵੀ ਲਾਏ ਜਾ ਰਹੇ ਨੇ। ਬਹਿਰਹਾਲ ਇਸ ਘਟਨਾ ਦੇ ਬਾਅਦ ਇੱਕ ਪਾਸੇ ਜਿੱਥੇ ਸਿਆਸੀ ਪਾਰਾ ਗਰਮ ਹੈ, ਉੱਥੇ ਹੀ ਲੋਕਤੰਤਰ ਅਤੇ ਲੋਕਾਂ ਦੀ ਭਲਾਈ ਦੇ ਲਿਹਾਜ਼ ਨਾਲ ਇਸ ਘਟਨਾ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਗਿੱਦੜਬਾਹਾ ਤੋਂ ਚੇਤਨਪੁਰਾ, ਨਿਊਜ਼ 18। ਰੋਪੜ 'ਚ ਨਗਰ ਕੌਂਸਲ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਜ਼ੋਰ ਅਜ਼ਮਾਇਸ਼ ਜਾਰੀ ਹੈ। ਜਨਤਾ ਨੂੰ ਆਪਣੇ ਪੱਖ 'ਚ ਕਰਨ ਦੇ ਲਈ तमाम ਪਾਰਟੀਆਂ ਵੱਲੋਂ ਆਪਣੀ ਪੂਰੀ ਤਾਕਤ ਲਗਾਈ ਜਾ ਰਹੀ ਹੈ, ਪਰ ਸਵਾਲ ਇਹ ਹੈ ਕਿ ਜਨਤਾ ਦਾ ਭਰੋਸਾ ਇਸ ਵਾਰ ਕਿਸ ਤੇ ਹੋਵੇਗਾ। 21 ਵਾਰਡ ਵਾਲੇ ਇਸ ਨਗਰ ਕੌਂਸਲ ਤੇ ਅਜੇ ਅਕਾਲੀ ਦਲ ਦਾ ਕਬਜ਼ਾ ਹੈ, ਜਦਕਿ ਵਿਧਾਇਕ ਆਮ ਆਦਮੀ ਪਾਰਟੀ ਤੋਂ ਹੈ ਅਤੇ ਪੰਜਾਬ 'ਚ ਸਰਕਾਰ ਕਾਂਗਰਸ ਦੀ ਹੈ। ਅਜਿਹੇ 'ਚ ਸਾਰੀਆਂ ਪਾਰਟੀਆਂ ਦੇ ਜਿੱਤ ਦੇ ਵੀ ਆਪੋ ਆਪਣੇ ਦਾਅਵੇ ਨੇ। ਸੂਬੇ 'ਚ ਸੱਤਾਧਿਰ ਪਾਰਟੀ ਕਾਂਗਰਸ ਨੂੰ ਅਜਿਹਾ ਲੱਗਦਾ ਹੈ ਕਿ ਰੂਪਨਗਰ ਦੀ ਵਾਗਡੋਰ ਉਹਨਾਂ ਨੂੰ ਮਿਲਣ ਵਾਲੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਹਿਰ 'ਚ ਆਪਸੀ ਭਾਈਚਾਰਾ ਅਤੇ ਵਿਕਾਸ ਤੇ ਜ਼ੋਰ ਦਿੱਤਾ ਜਾਵੇਗਾ। ਵਿਕਾਸ ਦੇ ਦਾਅਵੇ ਸੀਗੇ ਉਹ ਪਿਛਲੀ ਐਮਸੀ ਇਲੈਕਸ਼ਨਾਂ 'ਚ ਤੁਸੀਂ ਪੱਟ ਕੇ ਪਾਸੇ ਮਾਰੇ। ਇਸ ਮਿਊਨਿਸਪਲ ਕਮੇਟੀ 'ਚ ਅਗਰ ਕਾਂਗਰਸ ਪਾਰਟੀ ਦੀ ਪੂਰਜੋਰ ਬਹੁਮਤ ਆਊਗਾ ਤੇ ਇੱਕ ਬਹੁਤ ਵਧੀਆ ਸੰਦੇਸ਼ ਜਾਊਗਾ ਔਰ ਅਸੀਂ ਲੋਕਾਂ ਦੇ ਵਿੱਚ ਰਹਿ ਕੇ ਇਸ ਕਮੇਟੀ ਰਾਹੀਂ ਜਿਹੜਾ ਅਸੀਂ ਬਤੌਰ ਐਮਐਲਏ ਨਹੀਂ ਕਰਾ ਸਕੇ ਵਿਕਾਸ, ਬਤੌਰ ਐਮਐਲਏ ਹਾਰਨ ਦੇ ਬਾਵਜੂਦ ਜਿਹੜਾ ਸਾਨੂੰ ਨੁਕਸਾਨ ਹੋਇਆ, ਉਹ ਜਿਹੜੇ ਨੁਕਸਾਨ ਦੀ ਭਰਪਾਈ ਆ ਉਹ ਇਸ ਕਮੇਟੀ ਰਾਹੀਂ ਅਸੀਂ ਪੂਰੀ ਕਰਾਂਗੇ। ਸਭ ਤੋਂ ਵੱਡਾ ਜਿਹੜੀ ਪ੍ਰੋਬਲਮ ਹੈ ਰੋਪੜ ਸ਼ਹਿਰ 'ਚ ਪੀਣਯੋਗ ਪਾਣੀ ਦੀ, ਔਰ ਉਸ ਦਾ ਜਿਹੜਾ ਵਾਅਦਾ ਹੈ
ਉਹ ਕੰਪਲੀਟਲੀ ਅਸੀਂ ਕਰਕੇ ਦੇਣਾ ਹੈ। ਇਹ ਸਾਡਾ ਜਿਹੜਾ ਪਹਿਲੇ ਦਿਨ ਤੋਂ ਹੀ ਤਹਿ ਦਿਲ ਤੋਂ ਜਿਹੜੀ ਅਸੀਂ ਇਹ ਹੈ ਕਿ ਪੀਣਯੋਗ ਪਾਣੀ, ਲੇਆਊਟ ਆਫ ਸੀਵਰੇਜ ਦੇ ਜਿਹੜੀ ਬਲੋਕੇਜ ਨਾਲ ਗੰਦੇ ਪਾਣੀ ਸੜਕਾਂ ਦੇ ਉੱਤੇ ਖੜਾ ਹੁੰਦਾ ਉਸ ਦੀ ਲੇਆਊਟ ਨੂੰ ਪ੍ਰੋਪਰ ਕਰਨਾ। ਚੁਣਾਵੀ ਮੌਸਮ ਹੈ, ਲਿਹਾਜ਼ਾ ਵਿਕਾਸ ਦੇ ਦਾਅਵੇ ਕਰਨ 'ਚ ਹੋਰਨਾਂ ਪਾਰਟੀਆਂ ਵੀ ਭਲਾ ਕਿਵੇਂ ਪਿੱਛੇ ਰਹਿ ਸਕਦੀਆਂ। ਅਕਾਲੀ ਦਲ ਵੱਲੋਂ ਇਸ ਚੋਣ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇਮੰਦ ਨੇ। ਦਲਜੀਤ ਸਿੰਘ ਚੀਮਾ ਮੁਤਾਬਕ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਦੇ ਲਈ ਕਾਫੀ ਕੰਮ ਕਰਵਾਏ ਗਏ ਨੇ ਅਤੇ ਜੇਕਰ ਕੋਈ ਕੰਮ ਅਧੂਰਾ ਰਹਿ ਗਿਆ ਹੈ ਤਾਂ ਉਸ ਦੇ ਲਈ ਕਾਂਗਰਸ ਜ਼ਿੰਮੇਵਾਰ ਹੈ, ਕਿਉਂਕਿ ਸੂਬਾ ਸਰਕਾਰ ਹਮੇਸ਼ਾ ਵਿਕਾਸ ਦੇ ਕੰਮ 'ਚ ਰੋੜਾ ਸਾਬਤ ਹੋਈ ਹੈ। ਬਾਵਜੂਦ ਇਸ ਦੇ ਜੇਕਰ ਇਸ ਵਾਰ ਇੱਥੋਂ ਦੀ ਜਨਤਾ ਅਕਾਲੀ ਦਲ ਉਮੀਦਵਾਰ ਤੇ ਭਰੋਸਾ ਜਤਾਉਂਦੀ ਹੈ ਤਾਂ ਬਚੇ ਹੋਏ ਸਾਰੇ ਵਿਕਾਸ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਸ਼ਹਿਰ ਡਿਵੈਲਪ ਕਰਦੇ ਰਹਿੰਦੇ ਆ, ਸ਼ਹਿਰਾਂ ਦੇ ਦੁਆਲੇ ਨਵੀਆਂ ਆਬਾਦੀਆਂ ਪਦੇ ਪੁਰਾਣੇ ਇਨਫਰਾਸਟ੍ਰਕਚਰ ਕਈ ਵਾਰੀ ਛੋਟੇ ਪੈ ਜਾਂਦੇ ਆ, ਐਕਸਪੈਂਡ ਕਰਨੇ ਪੈਂਦੇ ਆ। ਇਸ ਕਰਕੇ ਬੜਾ ਕੰਟੀਨਿਊਸ ਇੱਕ ਕੰਮ ਹੁੰਦਾ ਹੈ। ਇਸ ਲਈ ਉਹ ਸਾਰਾ ਜੋ ਸਾਡਾ ਜਿਹੜਾ ਹੈਗਾ ਫਿਰ ਵਰਲਡ ਕਲਾਸ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਕੰਮ ਕਰਨਾ। ਜਦੋਂ ਤੋਂ ਸਰਕਾਰ ਚੇਂਜ ਹੋਈ ਹੈ ਬਹੁਤ ਸਾਰੇ ਕੰਮ ਸੀ ਜਿਹੜੇ ਅਧੂਰੇ ਰਹਿ ਗਏ ਸੀਗੇ ਤੇ ਮੇਰੀ ਇਹ ਪੂਰੀ ਕੋਸ਼ਿਸ਼ ਹੋਊਗੀ ਤੇ ਜੇ ਮੈਨੂੰ ਮੇਰੇ ਵਾਰਡ ਦੇ ਵਾਸੀਆਂ ਨੇ ਮੈਨੂੰ ਜਿੱਤ ਕੇ ਵਾਰਡ ਕਮੇਟੀ 'ਚ ਭੇਜਿਆ ਤਾਂ ਮੈਂ ਆਪਣੇ ਜਿਹੜੀ ਇਹ ਪਾਣੀ ਦੀ ਸਮੱਸਿਆ ਖੜੀ ਸੀਵਰੇਜ ਦੀ ਸਮੱਸਿਆ ਉਹ ਸਾਰੀ ਸਮੱਸਿਆਵਾਂ ਨੂੰ ਮੈਂ ਹੱਲ ਕਰਾਵਾਂਗਾ। ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਇੱਥੋਂ ਦੀ ਜਨਤਾ ਨੂੰ ਦਿੱਲੀ ਦਾ ਮਾਡਲ ਵੇਚਿਆ ਜਾ ਰਿਹਾ ਹੈ, ਜਿਸ ਦੇ ਮੁਤਾਬਕ ਜੇਕਰ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ ਦਿੱਲੀ ਦੀ ਤਰਜ਼ ਤੇ ਇੱਥੇ ਵੀ ਵਿਕਾਸ ਦੇ ਕੰਮ ਕਰਵਾਏ ਜਾਣਗੇ। ਦਰਅਸਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੱਗਦਾ ਹੈ ਕਿ ਜਿਵੇਂ ਜਨਤਾ ਨੇ ਵਿਧਾਨ ਸਭਾ ਚੋਣ 'ਚ ਉਹਨਾਂ ਦੀ ਪਾਰਟੀ ਤੇ ਭਰੋਸਾ ਜਤਾਇਆ ਸੀ, ਉਸੇ ਤਰ੍ਹਾਂ ਨਗਰ ਕੌਂਸਲ 'ਚ ਵੀ ਜਨਤਾ ਦਾ ਉਹਨਾਂ ਨੂੰ ਸਮਰਥਨ ਮਿਲੇਗਾ। ਲੋਕਾਂ ਦਾ ਰਿਸਪੌਂਸ ਸਾਨੂੰ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਬਹੁਤ ਵਧੀਆ ਮਿਲ ਰਿਹਾ। ਕਹਿੰਦੇ ਅਸੀਂ ਸਾਰੀਆਂ ਸਰਕਾਰਾਂ ਦੇਖ ਲਈਆਂ ਔਰ ਸਾਰਿਆਂ ਨੂੰ ਅਸੀਂ ਅੱਗੇ ਕਰਕੇ ਦੇਖ ਲਿਆ, ਪਰ ਅਸੀਂ ਹੁਣ ਇੱਕ ਮੌਕਾ ਨਵੀਂ ਸਰਕਾਰ ਨੂੰ ਦੇਣਾ ਚਾਹੁੰਦੇ ਹਾਂ। ਪਾਣੀ ਦਾ, ਬਿਜਲੀ ਦਾ ਮੁੱਦਾ ਔਰ ਜੋ ਸੜਕਾਂ ਦਾ ਹੈ, ਸੀਵਰੇਜ ਦਾ ਹੈ, ਉਹ ਬਹੁਤ ਪ੍ਰੋਬਲਮ ਹੈ ਸਾਡੀ ਜਨਤਾ ਨੂੰ। ਉਹ ਮੁੱਦਾ ਮੈਂ ਉਹ ਲੈ ਕੇ ਜਾ ਰਹੀ ਹੈ। ਗੱਲ ਬੀਜੇਪੀ ਦੀ ਕਰੀਏ ਤਾਂ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਬੀਜੇਪੀ ਦੇ ਖੇਮੇ 'ਚ ਥੋੜੀ ਮਾਇੂਸੀ ਜ਼ਰੂਰ ਨਜ਼ਰ ਆ ਰਹੀ ਹੈ, ਪਰ ਬੀਜੇਪੀ ਦੇ ਉਮੀਦਵਾਰ ਘਰ ਘਰ ਜਾ ਕੇ ਲੋਕਾਂ ਤੋਂ ਆਪਣੇ ਲਈ ਸਮਰਥਨ ਮੰਗ ਰਹੇ ਨੇ। ਬੀਜੇਪੀ ਉਮੀਦਵਾਰਾਂ ਮੁਤਾਬਕ ਜੇਕਰ ਜਨਤਾ ਨੇ ਉਹਨਾਂ ਤੇ ਭਰੋਸਾ ਜਤਾਇਆ ਤਾਂ ਲੋਕਲ ਪੱਧਰ ਤੇ ਵਿਕਾਸ ਦੇ ਕੰਮ ਕੀਤੇ ਜਾਣਗੇ। ਬਾਕੀ ਤੁਹਾਡਾ ਆਸ਼ੀਰਵਾਦ ਸਾਰਿਆਂ ਦਾ। ਸਾਡੇ ਸਾਰੇ ਜਿੰਨੇ ਵੀ ਕੈਂਡੀਡੇਟ ਹੈਗੇ ਆ ਸਰ, ਉਹਨਾਂ ਦਾ ਇੱਕੇ ਮਕਸਦ ਹੈਗਾ ਵੀ ਜੋ ਸ਼ਹਿਰ ਦੀਆਂ ਸਮੱਸਿਆਵਾਂ ਇਸ ਟਾਈਮ ਆ ਰਹੀਆਂ ਹੈਗੀਆਂ, ਵਾਟਰ ਸਪਲਾਈ ਤੇ ਸੀਵਰੇਜ ਦੀ ਸਮੱਸਿਆ ਰੋਪੜ ਸ਼ਹਿਰ ਨੂੰ ਸਭ ਤੋਂ ਜ਼ਿਆਦਾ ਇਹ ਭਾ ਰਹੀ ਹੈ। ਅਸੀਂ ਵਾਟਰ ਸਪਲਾਈ ਤੇ ਸੀਵਰੇਜ ਦੀ ਸਮੱਸਿਆ ਨੂੰ ਸਭ ਤੋਂ ਪਹਿਲਾਂ ਅਸੀਂ ਨੇਪੜੇ ਚਾੜਨਾ ਹੈਗਾ ਜੀ। ਇਹ ਉਹ तमाम ਦਾਅਵੇ ਅਤੇ ਵਾਅਦੇ ਨੇ ਜੋ ਸਿਆਸੀ ਪਾਰਟੀਆਂ ਵੱਲੋਂ ਜਨਤਾ ਨੂੰ ਲੁਭਾਉਣ ਦੇ ਲਈ ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਨੇ, ਪਰ ਸਵਾਲ ਇਹ ਹੈ ਕਿ ਲੀਡਰਾਂ ਦੇ ਇਹਨਾਂ ਦਾਅਵਿਆਂ ਤੇ ਵਾਅਦਿਆਂ 'ਚ ਕਿੰਨੀ ਸੱਚਾਈ ਹੈ। ਤਾਂ ਇਸ ਦੀ ਪੋਲ ਇੱਥੋਂ ਦੇ ਸਥਾਨਕ ਲੋਕ ਖੋਲ ਰਹੇ ਨੇ, ਜਿਸ ਦੇ ਮੁਤਾਬਕ ਸ਼ਹਿਰ 'ਚ तमाम ਪਰੇਸ਼ਾਨੀਆਂ ਦੇ ਨਾਲ ਇੱਕ ਵੱਡੀ ਸਮੱਸਿਆ ਸੀਵਰੇਜ ਦੀ ਹੈ, ਜਿਸ ਨੂੰ ਲੈ ਕੇ ਇੱਥੋਂ ਦੇ ਲੀਡਰਾਂ ਤੋਂ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਹਰ ਵਾਰ ਉਹਨਾਂ ਨੂੰ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ। ਸਥਾਨਕ ਲੋਕਾਂ ਮੁਤਾਬਕ ਜੋ ਵੀ ਪਾਰਟੀ ਉਹਨਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਮੁਕਤੀ ਦਿਵਾਉਣ ਦਾ ਭਰੋਸਾ ਦੇਵੇਗੀ, ਜਿੱਤ ਉਸੇ ਦੀ ਹੋਵੇਗੀ। ਸਾਡੇ ਉਰੇ ਪਾਣੀ ਦੀ ਤੇ ਸੀਵਰੇਜ ਦੀ ਬਹੁਤ ਦਿੱਕਤ ਆ ਰਹੀ ਹੈ। ਜਿਹੜੇ ਸਾਡੇ ਪਿੱਛੇ ਕੈਂਡੀਡੇਟ ਆਏ ਸੀਗੇ ਉਹ ਸਾਨੂੰ ਆ ਕੇ ਕਦੀ ਦਿਖਾਈ ਨਹੀਂ ਦਿੱਤੇ ਹੈਗੇ। ਮਤਲਬ ਸਾਨੂੰ ਇਹੋ ਜਿਹਾ ਉਮੀਦਵਾਰ ਚਾਹੀਦਾ ਕਿ ਜਿਹੜੀ ਸਾਡੀ ਸਮੱਸਿਆ ਦਾ ਹੱਲ ਕਰ ਸਕਣ ਤੇ ਸਾਨੂੰ ਜਿਹੜਾ ਸਾਡਾ ਕੰਮ ਹੋ ਸਕੇ। ਦੋਸਤੋ ਪਾਰਟੀ ਦਾ ਕੋਈ ਨਹੀਂ, ਸਾਡਾ ਤਾਂ ਇਹ ਹੈ ਵੀ ਚੰਗਾ ਬੰਦਾ ਆਵੇ ਤੇ ਪਾਰਟੀ ਦਾ ਸਾਡਾ ਕੋਈ ਮਕਸਦ ਨਹੀਂ ਹੈ। ਸਾਡੇ ਵਾਰਡ ਵਿੱਚ ਬਹੁਤ ਕੰਮ ਹੈ ਜੀ ਭਾਜੀ, ਪਾਣੀ ਦੀ ਬਹੁਤ ਸਮੱਸਿਆ ਹੈ, ਸੀਵਰੇਜ ਦੀ ਬਹੁਤ ਜ਼ਿਆਦਾ ਸਮੱਸਿਆ ਹੈ, ਇਹ ਜ਼ਿਆਦਾ ਸਾਡੇ ਕੰਮ ਨੇ ਜੀ। ਚੁਣਾਵੀ ਮੈਦਾਨ 'ਚ ਉਤਰੇ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 14 ਫਰਵਰੀ ਨੂੰ ਈਵੀਐਮ 'ਚ ਕੈਦ ਹੋਵੇਗਾ ਅਤੇ 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਦੇ ਨਾਲ ਇਹ ਤੈਅ ਹੋ ਜਾਵੇਗਾ ਕਿ ਜਨਤਾ ਨੇ ਕਿਸ ਤੇ ਆਪਣਾ ਭਰੋਸਾ ਜਤਾਇਆ। ਰੋਪੜ ਤੋਂ ਅਵਤਾਰ ਸਿੰਘ ਕੰਬੋਜ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18। ਇੱਕ ਪਾਸੇ ਨਿਗਮ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਜਿੱਤ ਦੀ ਖੁਸ਼ੀ ਦੇ ਵਿੱਚ ਢੋਲ ਨਗਾੜੇ ਵੱਜ ਰਹੇ ਨੇ।
ਤਸਵੀਰਾਂ ਮਾਨਸਾ ਦੀਆਂ ਨੇ। ਹਾਲਾਂਕਿ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਸੀ, ਪਰ ਵਾਰਡ ਨੰਬਰ 12 ਦੇ ਵਿੱਚ ਚੋਣ ਤੋਂ ਪਹਿਲਾਂ ਹੀ ਜਿੱਤ ਯਕੀਨੀ ਹੋ ਚੁੱਕੀ ਹੈ, ਕਿਉਂਕਿ ਪ੍ਰਕਾਸ਼ ਸਿੰਘ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਿਆ, ਜਿਸ ਦੇ ਨਾਲ ਜੇਤੂ ਉਮੀਦਵਾਰ ਬੇहद ਖੁਸ਼ ਹੈ ਅਤੇ ਇਹੀ ਵਜ੍ਹਾ ਕਿ ਉਸ ਦੇ ਸਮਰਥਕ ਢੋਲ ਦੀ ਥਾਪ ਤੇ ਨੱਚਦੇ ਹੋਏ ਜਿੱਤ ਦੀ ਖੁਸ਼ੀ ਮਨਾ ਰਹੇ ਨੇ। ਜਿੱਤ ਦਾ ਤਾਜ ਪਾਉਣ ਵਾਲੀ ਪ੍ਰਕਾਸ਼ ਸਿੰਘ ਨੇ ਇਸ ਮੌਕੇ ਤੇ ਵਿਕਾਸ ਕੰਮਾਂ ਦੀ ਝੜੀ ਲਾਉਣ ਦਾ ਦਾਅਵਾ ਕੀਤਾ ਹੈ। ਮੈਂ ਕੈਪਟਨ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ, ਜਿਹੜਿਆਂ ਨੇ ਮਤਲਬ ਕਾਂਗਰਸ ਪਾਰਟੀ 'ਚ ਮੈਨੂੰ ਸਿੰਗਲਾ ਸਾਹਿਬ ਜੀਆਂ ਨੇ ਮਤਲਬ ਕੁਲਵੰਤ ਰਾਏ ਜੀ ਸਿੰਗਲਾ ਜੀ ਬਹੁਤ ਮੇਰੀ ਮਿਹਰ ਕਰੀ ਹੈ। ਮੈਂ ਵੋਟਰਾਂ ਸਪੋਰਟਰਾਂ ਦਾ ਵੀ ਬਹੁਤ ਧੰਨਵਾਦੀ ਹਾਂ, ਜਿਹੜਿਆਂ ਨੇ ਮਤਲਬ ਮੈਨੂੰ ਬਹੁਤ ਪਿਆਰ ਨਾਲ ਜਿੱਤਿਆ ਹੈ। ਉੱਥੇ ਇਸ ਮੌਕੇ ਤੇ ਕਾਂਗਰਸ ਆਗੂ ਕੁਲਵੰਤ ਸਿੰਗਲਾ ਨੇ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਵਿਕਾਸ ਕੰਮਾਂ ਤੇ ਜਿੱਤ ਦੀ ਮੋਹਰ ਲਾਉਣ ਦੀ ਗੱਲ ਕਹੀ ਹੈ। ਪ੍ਰਕਾਸ਼ ਸਿੰਘ ਜੀ ਨੂੰ ਜੇਤੂ ਉਮੀਦਵਾਰ ਉਹਨਾਂ ਨੇ ਲਾਣਿਆ, ਜਿਹੜੇ ਦੋ ਸਾਡੇ ਸਾਥੀ ਮੁਕਾਬਲੇ 'ਚ ਖੜੇ ਹੋਏ ਸੀ। ਮੈਂ ਸਮਝਦਾ ਉਹਨਾਂ ਦੀ ਵੀ ਜਿੱਤ ਹੈ, ਪੂਰੇ ਵਾਰਡ ਦੀ ਜਿੱਤ ਹੈ, ਪੂਰੇ ਸ਼ਹਿਰ ਦੀ ਜਿੱਤ ਹੈ ਕਿ ਕਾਂਗਰਸ ਪਾਰਟੀ ਦੇ ਸਮਰਥਨ 'ਚ ਉਹਨਾਂ ਨੇ ਜੋ ਚੋਣ ਲੜਨ ਵਾਸਤੇ ਫਾਰਮ 3 ਬੰਦਿਆਂ ਨੇ ਭਰੇ ਸੀ, ਉਹ ਆਪਸੀ ਸਹਿਮਤੀ ਨਾਲ ਪ੍ਰਕਾਸ਼ ਸਿੰਘ ਜੀ ਨੂੰ ਜਿਤਾ ਕੇ ਉਹਨਾਂ ਨੇ ਬੜੀ ਵੱਡੀ ਇਸ ਏਕੇ ਦਾ ਸਬੂਤ ਦਿੱਤਾ ਹੈ। ਨਾਮਜ਼ਦਗੀ ਵਾਪਸ ਲੈਣ ਦੇ ਆਖਰੀ ਦਿਨ ਕੁਝ ਉਮੀਦਵਾਰਾਂ ਨੇ ਜਿੱਥੇ ਆਪਣਾ ਨਾਮ ਵਾਪਸ ਲਿਆ ਤਾਂ ਉੱਥੇ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਵੀ ਦਿੱਤੇ ਗਏ ਨੇ, ਜਿਸ ਦੇ ਬਾਅਦ ਪ੍ਰਸ਼ਾਸਨ ਨੇ ਰਾਹਤ ਦੀ ਸਾਹ ਲੈਂਦੇ ਹੋਏ ਦਾਅਵਾ ਕੀਤਾ ਹੈ ਕਿ ਨਾਮਜ਼ਦਗੀਆਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਸੰਪੰਨ ਹੋਈਆਂ ਨੇ। ਜਿਹੜੇ ਕੈਂਡੀਡੇਟਸ ਨੇ ਵਿਡਰਾਅ ਕਰਨਾ ਸੀ, ਅੱਜ ਉਹ ਆਪਣੇ ਵਿਡਰਾਅਲ ਫਾਰਮ ਦੇ ਗਏ ਹੋਏ ਆ ਤੇ ਉਹਨਾਂ ਦਾ ਵਿਡਰਾਅਲ ਜਿਹੜਾ ਕਰ ਲਿੱਤਾ ਗਿਆ ਹੈਗਾ ਤੇ ਸਿੰਬਲਸ ਦੀ ਜਿਹੜੀ ਅਲਾਟਮੈਂਟ ਹੈ, ਸਾਰਾ ਕੰਮ ਸ਼ਾਂਤੀਪੂਰਵਕ ਹੋ ਗਿਆ। ਪ੍ਰਸ਼ਾਸਨ ਦੇ ਸਾਹਮਣੇ ਹੁਣ ਚੋਣ ਦੀ ਚੁਣੌਤੀ ਬਾਕੀ ਹੈ ਤਾਂ ਉੱਥੇ ਸਿਆਸੀ ਪਾਰਟੀਆਂ ਦੇ ਸਾਹਮਣੇ ਆਪਣੀ ਸਾਖ ਬਚਾਉਣ ਦੀ। ਇੱਕ ਪਾਸੇ ਕਾਂਗਰਸ ਪਾਰਟੀ ਸੱਤਾ ਵਿੱਚ ਰਹਿੰਦੇ ਹੋਏ ਵਿਕਾਸ ਦੇ ਨਾਮ ਤੇ ਵੋਟਰ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਦੂਜੇ ਪਾਸੇ ਵਿਰੋਧੀ ਧਿਰਾਂ ਸਰਕਾਰ ਦੀਆਂ ਨਾਕਾਮੀਆਂ ਗਿਣਾਉਂਦੇ ਹੋਏ ਵਿਕਾਸ ਦਾ ਰੋਡ ਮੈਪ ਤਿਆਰ ਕਰ ਰਹੇ ਨੇ। ਦੇਖਣਾ ਇਹ ਹੋਵੇਗਾ ਕਿ ਵੋਟਰ ਕਿਸ ਦੇ ਦਾਅਵਿਆਂ ਤੇ ਭਰੋਸਾ ਕਰਦੇ ਨੇ ਤੇ ਆਪਣਾ ਫੈਸਲਾ ਕੀ ਸੁਣਾਉਂਦੇ ਨੇ। ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18। ਚੋਣ ਉਤਸ਼ਾਹ, ਚੋਣ ਮਾਹੌਲ ਤੇ ਚੋਣ ਰੰਗ ਦੇ ਵਿੱਚ ਰੰਗੇ ਸਮਾਣਾ ਦੇ ਵਿੱਚ ਉਤਸਵ ਵਰਗਾ ਮਾਹੌਲ ਹੈ। ਨਾਮਜ਼ਦਗੀਆਂ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਅਧਿਕਾਰੀਆਂ ਨੇ ਵੀ ਨਾਮਜ਼ਦਗੀ ਦੇ ਦੌਰ ਵਿੱਚ ਪੂਰੀ ਵਿਵਸਥਾ ਬਣਾਉਣ ਤੇ ਜ਼ੋਰ ਦਿੱਤਾ। ਹੁਣ ਕਾਂਗਰਸ ਉਮੀਦਵਾਰ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਨੇ। ਸੱਤਾ ਦੇ ਵਿੱਚ ਰਹਿਣ ਤੇ ਕਾਂਗਰਸ ਨੇ ਜੋ ਵਿਕਾਸ ਕੰਮ ਕੀਤੇ ਨੇ, ਉਹਨਾਂ ਦੇ ਦਮ ਤੇ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਦਾਅਵਾ ਕਰਦੇ ਹੋਏ ਕਾਂਗਰਸੀ ਉਮੀਦਵਾਰਾਂ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ। ਪੂਰੀ ਤਿਆਰੀ ਹੈ ਜੀ। ਵਾਰਡ 'ਚ ਅਸੀਂ ਪਹਿਲਾਂ ਹੀ ਇੰਨੇ ਕੁ ਵਿਕਾਸ ਦੇ ਕੰਮ ਕਰ ਰਹੇ ਹਾਂ ਵੀ ਅਸੀਂ ਆਪਣੇ ਐਮਐਲਏ ਰਜਿੰਦਰ ਸਿੰਘ ਦੀ ਅਗਵਾਈ 'ਚ ਜਿਹੜੇ ਵਿਕਾਸ ਕਾਰਜ ਸਮਾਣੇ 'ਚ ਕਰਾਏ। ਲਗਭਗ 75 ਕਰੋੜ ਰੁਪਇਆ ਉਹਨਾਂ ਨੇ ਸਮਾਣੇ 'ਚ ਖਰਚ ਕੀਤਾ ਕੰਸਟੀਟੂਐਂਸੀ 'ਚ, ਜਿਸ 'ਚੋਂ 1 ਕਰੋੜ ਰੁਪਇਆ ਕੇਵਲ ਵਾਰਡ ਨੰਬਰ 14 'ਚ ਲੱਗ ਰਿਹਾ। 1 ਕਰੋੜ 40 ਲੱਖ ਰੁਪਇਆ। ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਪਹਿਲੀ ਵਾਰ ਲੋਕਤੰਤਰ ਦੀ ਗੱਲ ਹੋ ਰਹੀ ਹੈ। ਇਲੈਕਸ਼ਨਾਂ ਪਹਿਲਾਂ ਵੀ ਹੋਈਆਂ, ਜਿਸ ਤਰੀਕੇ ਦੀਆਂ ਇਲੈਕਸ਼ਨਾਂ ਸਮਾਣੇ 'ਚ ਹੋਈਆਂ, ਕੋਈ ਇਲੈਕਸ਼ਨ ਨਹੀਂ ਹੋਈ। ਪੁਲਿਸ ਦੇ ਜ਼ੋਰ ਨਾਲ, ਡੰਡੇ ਦੇ ਜ਼ੋਰ ਦੇ ਨਾਲ ਇਲੈਕਸ਼ਨਾਂ ਲੜੀਆਂ ਗਈਆਂ। ਜਿਸ ਤਰ੍ਹਾਂ ਦੀਆਂ ਜ਼ਿਆਦਤੀਆਂ, ਧੱਕੇ ਔਰ ਪਰਚੇ ਹਲਕੇ ਸਮਾਣੇ 'ਚ ਹੋਏ ਆ, ਰਿਕਾਰਡ ਹੀ ਬਣਾਏ ਇਹਨਾਂ ਨੇ। ਪਰ ਅਸੀਂ ਹਮੇਸ਼ਾ ਇਲੈਕਸ਼ਨ ਦੇ ਵਿੱਚ ਹੱਥ ਜੋੜ ਕੇ ਵੋਟਾਂ ਲਈਆਂ। ਤਾਂ ਉੱਥੇ ਦੂਜੇ ਪਾਸੇ ਆਜ਼ਾਦ ਉਮੀਦਵਾਰ ਅਸ਼ਵਨੀ ਕੁਮਾਰ ਨੇ ਵੀ ਨਾਮਜ਼ਦਗੀ ਦਾਖਲ ਕਰਨ ਦੇ ਬਾਅਦ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਕਿ ਵਾਰਡ ਦੇ ਵਿਕਾਸ ਨੂੰ ਲੈ ਕੇ ਜਨਤਾ ਤੋਂ ਵੋਟ ਮੰਗਣਗੇ ਅਤੇ ਉਸ ਦੇ ਬਾਅਦ ਸਾਰੇ ਵਾਅਦੇ ਪੂਰੇ ਕਰਨਗੇ। ਵਾਰਡ ਦੇ ਕੰਮ ਅਧੂਰੇ ਨੇ, ਮੈਂ ਉਹਨਾਂ ਨੂੰ ਪੂਰਾ ਕਰ ਸਕਾਂ ਤੇ ਹਰ ਬੰਦੇ ਦਾ ਮੈਰੀਨੀਆਂ ਜਿਹੜੇ ਮੇਰੇ ਨਾਲ ਤੁਰ ਰਹੇ ਨੇ ਤੇ ਬਸ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਮੇਰੇ ਹੱਥ ਮਜ਼ਬੂਤ ਕਰੋ ਤਾਂ ਕਿ ਮੈਂ ਜਿਹੜੇ ਵੀ ਕੰਮ ਰਹਿੰਦੇ ਨੇ ਉਹਨਾਂ ਨੂੰ ਮੁਕੰਮਲ ਤੌਰ ਤੇ ਪੂਰਾ ਕਰ ਸਕਾਂ ਤੇ ਤੁਹਾਡਾ ਸਾਥ ਦਵਾਂ। ਵਿੱਚ ਸੀਵਰੇਜ ਕਰਕੇ ਹੈ, ਉਹਦੀ ਵੀ ਦਿੱਕਤ ਮੇਰੇ ਧਿਆਨ 'ਚ ਹੈ। ਜੇ ਮੇਰੇ ਹੱਥ ਮਜ਼ਬੂਤ ਹੁੰਦੇ ਨੇ ਉਹਨੂੰ ਵੀ ਪੂਰਾ ਮੁਕੰਮਲ ਤੌਰ ਨਾਲ ਕੰਪਲੀਟ ਕੀਤਾ ਜਾਊ। ਤਾਂ ਚੋਣਾਂ ਦਾ ਮਾਹੌਲ ਭਖ ਚੁੱਕਿਆ ਹੈ। ਸਿਆਸੀ ਉਤਸ਼ਾਹ ਆਪਣੇ ਸਿਖਰ ਤੇ ਹੈ। ਸਾਰੇ ਉਮੀਦਵਾਰ ਆਪੋ ਆਪਣੀ ਜਿੱਤ ਦੀ ਉਮੀਦ ਅਤੇ ਦਾਅਵੇ ਕਰ ਰਹੇ ਨੇ, ਪਰ ਵੋਟਰਾਂ ਦੇ ਮਨ ਦੇ ਵਿੱਚ ਕੀ ਹੈ, ਉਹਨਾਂ ਦਾ ਆਖਰੀ ਫੈਸਲਾ ਨਤੀਜਿਆਂ ਦੇ ਨਾਲ ਹੀ ਸਾਹਮਣੇ ਆਵੇਗਾ। ਸਮਾਣਾ ਤੋਂ ਪੁਰਸ਼ੋਤਮ ਕੌਸ਼ਿਕ, ਨਿਊਜ਼ 18।
ਬਟਾਲਾ ਨਗਰ ਨਿਗਮ ਦੇ 50 ਵਾਰਡਾਂ ਦੇ ਲਈ 279 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਨੇ। ਕਾਂਗਰਸ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ 'ਚ ਨੇ ਤੇ ਸਾਰੇ ਕੈਂਡੀਡੇਟਸ ਆਪਣੀ ਆਪਣੀ ਜਿੱਤ ਦੇ ਦਾਅਵੇ ਵੀ ਕਰ ਰਹੇ ਨੇ। ਬਟਾਲਾ 'ਚ ਕਰੀਬ 1,15,000 ਦੇ ਕਰੀਬ ਵੋਟਰ ਨੇ ਜੋ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਪਹਿਲੀ ਵਾਰ ਆਪਣੇ ਮੇਅਰ ਦੀ ਚੋਣ ਕਰਨਗੇ। ਦੱਸ ਦਈਏ ਕਿ ਬਟਾਲਾ ਨੂੰ ਪੰਜਾਬ ਦੇ ਇੰਡਸਟਰੀ ਦੇ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ, ਜਿਸ ਦੀ ਯਾਦ 'ਚ ਇੱਥੇ ਗੁਰਦੁਆਰਾ ਕੰਧ ਸਾਹਿਬ ਹੈ। ਯਾਨੀ ਇਸ ਸ਼ਹਿਰ ਦਾ ਇਤਿਹਾਸਕ ਮਹੱਤਵ ਵੀ ਹੈ। ਬਟਾਲਾ ਨਗਰ ਨਿਗਮ ਚੋਣਾਂ ਦੇ ਬਾਰੇ 'ਚ ਜਦੋਂ ਬਟਾਲਾ ਦੇ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਸੁਖਦੀਪ ਸਿੰਘ ਤੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੇ ਕਰੀਬੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸ਼ਹਿਰ 'ਚ ਜੋ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਉਸ ਦੀ ਬਦੌਲਤ ਹੀ ਉਹ ਤੇ ਉਹਨਾਂ ਦੇ ਸਾਥੀ ਬਟਾਲਾ ਤੋਂ ਜਿੱਤ ਦਰਜ ਕਰਕੇ ਆਪਣੀ ਪਾਰਟੀ ਦਾ ਮੇਅਰ ਬਣਾਉਣਗੇ। ਵਾਰਡ ਨੰਬਰ 1 ਤੋਂ ਕਾਂਗਰਸ ਦੀ ਮਹਿਲਾ ਉਮੀਦਵਾਰ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ। ਅਸੀਂ ਕੋਈ ਝੂਠੇ ਲਾਰੇ ਨਹੀਂ ਲਾ ਰਹੇ। ਸਾਰੇ ਬਟਾਲੇ ਦੇ ਵੋਟਰਾਂ ਨੂੰ ਪਤਾ ਕਿ ਬਾਜਵਾ ਸਾਹਿਬ ਦੀ ਕਿਰਪਾ ਦੇ ਨਾਲ, ਕੈਪਟਨ ਸਾਹਿਬ ਦੀ ਮਿਹਰਬਾਨੀ ਨਾਲ ਸਾਰੇ ਹੀ ਬਟਾਲੇ ਦਾ ਅਸੀਂ ਵਿਕਾਸ ਕਰਾਇਆ। ਉਸੇ ਆਸ ਦੇ ਨਾਲ ਅੱਜ ਅਸੀਂ ਆਪਣੇ ਇਲਾਕੇ 'ਚੋਂ ਸਾਰੇ ਸ਼ਹਿਰ 'ਚੋਂ ਆਸ ਰੱਖਦੇ ਹਾਂ ਕਿ ਲੋਕ ਸਾਨੂੰ ਵੋਟਾਂ ਪਾ ਕੇ ਨਵਾਜਣਗੇ। ਅੱਗੇ ਤੇ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ ਹੈਗੀ, ਪਰ ਜੇ ਜਿੱਤ ਜਾਾਂਗੇ ਤੇ ਸਾਡੇ ਕੋਲ ਪੋਲੀਟੀਕਲ ਪਾਵਰ ਆ ਜਾਏਗੀ, ਸਾਡੇ ਕੋਲ ਕਮੇਟੀ ਘਰ 'ਚ ਬੈਠਣ ਦੀ ਜਗ੍ਹਾ ਮਿਲ ਜਾਏਗੀ, ਅਸੀਂ ਆਪਣੇ ਕੰਮ ਆਪ ਅੱਗੇ ਹੋ ਕੇ ਪਹਿਲਾਂ ਕਰਵਾ ਸਕਨੇ ਹੈ। ਲੇਕਿਨ ਇਹ ਸਭ ਜਨਤਾ ਤੇ ਹੀ ਨਿਰਭਰ ਹੈ। ਜੇ ਮੈਨੂੰ ਸੀਟ ਟਿਕਟ ਮਿਲੀ ਹੈ, ਇਹ ਵੀ ਮੈਨੂੰ ਜਨਤਾ ਕਰਕੇ ਹੀ ਮਿਲੀ ਹੈ। ਮੈਂ ਜਨਤਾ ਦਾ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਤੇ ਜੇ ਮੈਂ ਜਿੱਤਣਾ ਹੈ ਉਹ ਵੀ ਜਨਤਾ ਕਰਕੇ ਹੀ ਜਿੱਤਣਾ ਹੈ ਤੇ ਮੇਰੀ ਇਹੀ ਖੁਆਇਸ਼ ਹੈ ਕਿ ਮੈਂ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਾਂ। ਉੱਥੇ ਬੀਜੇਪੀ ਦੇ ਸਾਬਕਾ ਐਮਸੀ ਨਰੇਸ਼ ਮਹਾਜਨ ਨੇ ਕਿਹਾ ਕਿ ਬੀਜੇਪੀ ਹੀ ਜਿੱਤੇਗੀ। ਇਸ ਵਾਰ ਉਹਨਾਂ ਦੀ ਪਤਨੀ ਚੋਣ ਲੜ ਰਹੀ ਹੈ ਤੇ ਬੀਜੇਪੀ ਦੀ ਜਿੱਤ ਨਾਲ ਉਹਨਾਂ ਨੇ ਕਿਹਾ ਕਿ ਇੱਥੇ ਵਿਕਾਸ ਨੂੰ ਗਤੀ ਮਿਲੇਗੀ। ਮੈਂ ਇਹਨਾਂ ਵਾਰਡਾਂ ਦਾ ਸੁਧਾਰ ਕਰਨਾ ਚਾਹੁੰਦੀ ਹਾਂ ਕਿਉਂਕਿ 41-42 ਦੇ ਵਾਰਡ ਬਹੁਤ ਬੁਰਾ ਹਾਲ ਸੀ, ਜਿਹੜਾ ਅਸੀਂ ਇਹਨਾਂ ਦਾ ਸੁਧਾਰ ਕਰਨਾ ਚਾਹੁੰਦੇ ਹਾਂ। ਤੇ ਇੱਥੇ ਨਾ ਲਾਈਟ ਦਾ ਪ੍ਰਬੰਧ ਹੁੰਦਾ ਹੈ, ਨਾ ਸੀਵਰ ਗਟਰ ਜਿਹੜੇ ਭਰੇ ਰਹਿੰਦੇ ਆ ਤੇ ਜਿਨ੍ਹਾਂ ਦੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰੇ ਵਾਰਡ ਨੂੰ ਸਹੂਲਤਾਂ ਮਿਲਣ। ਅਕਾਲੀ ਦਲ ਵੱਲੋਂ ਚੋਣ ਲੜ ਰਹੇ ਬਲਬੀਰ ਸਿੰਘ ਬਿੱਟੂ ਨੇ ਦੋਸ਼ ਲਾਇਆ ਕਿ ਕਾਂਗਰਸ ਬੀਜੇਪੀ ਨੇ ਕਦੇ ਇੱਥੇ ਵਿਕਾਸ ਨਹੀਂ ਕਰਵਾਇਆ ਤੇ ਇਸ ਵਾਰ ਅਕਾਲੀ ਦਲ ਹੀ ਜਿੱਤ ਦਾ ਪਰਚਮ ਲਹਿਰਾਏਗਾ। ਕਰਪਸ਼ਨ ਦਾ ਬਹੁਤ ਵੱਡਾ ਬੋਲਬਾਲਾ ਸੀ ਪਿਛਲੇ 70 ਸਾਲਾਂ ਦੇ ਵਿੱਚ। ਕਦੀ ਕਾਂਗਰਸ ਨੇ ਤੇ ਕਦੀ ਬੀਜੇਪੀ ਨੇ ਲੁੱਟ ਕੇ ਖਾਧਾ ਇਹ ਸ਼ਹਿਰ ਨੂੰ। ਜੇਕਰ ਪਹਿਲੀ ਵਾਰ ਸਾਡੇ ਐਮਸੀ ਜਿੱਤ ਕੇ ਬਟਾਲਾ ਨਗਰ ਨਿਗਮ ਤੇ ਆਪਣਾ ਮੇਅਰ ਬਣਾ ਕੇ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਜੋ ਇੱਕ ਇਮਾਨਦਾਰ ਸ਼ਖਸੀਅਤ ਨੇ, ਕਰਪਸ਼ਨ ਦੇ ਬਿਲਕੁਲ ਖਿਲਾਫ ਨੇ, ਉਹਨਾਂ ਦਾ ਜਦੋਂ ਮੇਅਰ ਬਣੇਗਾ ਉਹਨਾਂ ਦੀ ਰਹਿਨੁਮਾਈ ਦੇ ਹੇਠ ਬਟਾਲੇ ਦਾ ਪੁਰਜੋਰ ਵਿਕਾਸ ਕਰਕੇ ਬਟਾਲਾ ਸ਼ਹਿਰ ਨੂੰ ਪੂਰੇ ਪੰਜਾਬ ਦਾ ਨੰਬਰ 1 ਦਾ ਸ਼ਹਿਰ ਬਣਾਵਾਂਗੇ। ਇਹ ਤਾਂ ਰਾਜਨੀਤਿਕ ਲੋਕਾਂ ਦੇ ਦਾਅਵੇ ਅਤੇ ਆਰੋਪ ਨੇ। ਨਿਊਜ਼ 18 ਪੰਜਾਬ ਦੇ ਰਿਪੋਰਟਰ ਬਿਸ਼ੰਬਰ ਬਿੱਟੂ ਨੇ ਲੋਕਾਂ ਦੇ ਨਾਲ ਬਟਾਲਾ ਦੇ ਵਿਕਾਸ ਦੀ ਗੱਲ ਕੀਤੀ ਤਾਂ ਲੋਕਾਂ ਦਾ ਕਹਿਣਾ ਸੀ ਕਿ ਬਟਾਲਾ 'ਚ ਜਗ੍ਹਾ-ਜਗ੍ਹਾ ਗੰਦਗੀ ਫੈਲੀ ਹੋਈ ਹੈ, ਇੱਥੇ ਕੋਈ ਵਿਕਾਸ ਨਹੀਂ ਹੋਇਆ। ਸੜਕਾਂ ਦਾ ਕੰਮ ਹੋਣ ਵਾਲਾ ਵਾ ਤੇ ਸੀਵਰੇਜ ਪੈਣ ਡਿਆ ਨੇ ਤੋਂ ਕਰਨ ਵਾਲੀ ਸੜਕ ਜਿਹੜੀ ਉਹ ਵੀ ਬਣਨ ਵਾਲੀ ਆ, ਸਾਰੀ ਪੁੱਟੀ ਆ ਤੇ ਸ਼ਹਿਰ ਦੇ ਵਿੱਚ ਤੇ ਸੀਮੈਂਟ ਨਾਲ ਸੜਕਾਂ ਕਾਫੀ ਬਣ ਗਈਆਂ ਨੇ ਤੇ ਕੁਝ ਵਿਕਾਸ ਚੰਗਾ ਆ। ਜਿਹੜਾ ਸ਼ਹਿਰ ਦਾ ਪਾਣੀ ਦਾ ਸੀਵਰੇਜ ਆ ਅੰਦਰ ਗਰਾਊਂਡ ਨਾਲੇ 'ਚ ਜਾਵੇ, ਉਹਦੇ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਬਚ ਸਕਦੇ, ਜਿਹੜਾ ਪਾਣੀ ਘਰਾਂ 'ਚ ਸਾਫ਼ ਪੀਣ ਨੂੰ ਮਿਲੇ, ਕਿਉਂਕਿ ਪਾਣੀ ਮੁੜ ਕੇ ਸੀਵਰੇਜ ਜਿਹੜਾ ਫਿਰ ਉਹ ਘਰਾਂ 'ਚ ਜਾ ਰਿਹਾ। ਉੱਥੇ ਹੀ ਜਦੋਂ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਪ੍ਰਭਾਰੀ ਤੇ ਉਮੀਦਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਹ ਦਾਅਵਾ ਕੀਤਾ ਕਿ ਉਹਨਾਂ ਨੂੰ ਵੋਟਰਾਂ ਦਾ ਸਮਰਥਨ ਭਰਪੂਰ ਮਿਲ ਰਿਹਾ ਹੈ। ਮੈਂ ਇਹ ਵਾਅਦਾ ਕਰਦੀ ਹਾਂ ਕਿ ਜੋ ਪਿਛਲੇ 72 ਸਾਲਾਂ 'ਚ ਉਹ ਨਹੀਂ ਹੋਇਆ ਉਹ ਕਾਰਿਆਂ ਨੂੰ ਮੈਂ ਪੂਰਾ ਕਰ ਸਕਾਂਗੀ, ਕਿਉਂਕਿ 2 ਸਾਲਾਂ ਤੋਂ ਤਾਂ ਮੈਂ ਵੀ ਵੋਟ ਪਾ ਰਹੀ ਹਾਂ ਪਰ ਮੈਨੂੰ ਹਾਲੇ ਤੱਕ ਕੋਈ ਬੈਨੀਫਿਟ ਨਹੀਂ ਹੋਇਆ। ਮੈਂ ਦੂਸਰੀ ਪਾਰਟੀਆਂ ਨੂੰ ਵੋਟ ਪਾ ਕੇ ਜਿਤਾਉਂਦੀ ਰਹੀ ਹਾਂ ਪਰ ਉਹਨਾਂ ਨੇ ਅੱਜ ਤੱਕ ਵੀ ਸਾਡਾ ਕੋਈ ਕਾਰਿਆ ਨਹੀਂ ਕੀਤਾ ਵਾ ਔਰ ਮੈਂ ਹੁਣ ਖੁਦ ਇਸ ਆਈ ਹਾਂ ਤਾਂ ਕਿ ਇਹ ਕਾਰਿਆ ਨੂੰ ਮੈਂ ਕਰ ਸਕਾਂ। ਜੇਕਰ ਤੁਸੀਂ ਸਾਨੂੰ ਅਵਸਰ ਦਿਓਗੇ ਤੇ ਅਸੀਂ ਇਸ ਕਾਰਿਆ ਨੂੰ ਕਰਾਂਗੇ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਹਰ ਕੋਈ ਆਪਣੀ ਜਿੱਤ ਦੇ ਦਾਅਵੇ ਕਰ ਰਿਹਾ ਹੈ ਤੇ ਜਿੱਤ ਤੋਂ ਬਾਅਦ ਬਟਾਲਾ ਦਾ ਵਿਕਾਸ ਕਰਨ ਦੀ ਗੱਲ ਕਹਿ ਰਿਹਾ ਹੈ, ਪਰ ਇੱਥੋਂ ਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਅਜਿਹੇ ਦਾਅਵੇ ਹੁੰਦੇ ਨੇ
ਪਰ ਇੱਕ ਵਾਰ ਜਿੱਤਣ ਤੋਂ ਬਾਅਦ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੰਦਾ। ਸੋ ਇਸ ਵਾਰ ਚੋਣਾਂ 'ਚ ਦੇਖਣਾ ਹੋਏਗਾ ਕਿ ਜਨਤਾ ਕਿਸ ਨੂੰ ਚੁਣਦੀ ਹੈ ਤੇ ਕੀ ਪਹਿਲੀ ਵਾਰ ਨਗਰ ਨਿਗਮ ਬਣੇ ਬਟਾਲਾ ਦੀ ਕਾਇਆ ਪਲਟ ਹੋ ਸਕੇਗੀ। ਬਟਾਲਾ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18 ਪੰਜਾਬ।